ਗੁੱਡ ਮਾਰਨਿੰਗ ਸਟੂਡੈਂਟਸ। ਆਪਾਂ ਆਪਣੇ ਲਾਸਟ ਲੈਕਚਰ ਦੇ ਵਿੱਚ ਮੇਲ ਰਿਪਰੋਡਕਟਿਵ ਸਿਸਟਮ ਸਟਾਰਟ ਕੀਤਾ ਸੀ, ਜਿਸ ਦੇ ਵਿੱਚ ਮੇਲ ਦਾ ਪ੍ਰਾਇਮਰੀ ਸੈਕਸ ਆਰਗਨ ਟੈਸਟਿਸ, ਉਸ ਦਾ ਇੰਟਰਨਲ ਔਰ ਐਕਸਟਰਨਲ ਸਿਸਟਮ ਆਪਾਂ ਡਿਸਕਸ ਕੀਤਾ। ਆਪਾਂ ਅੱਜ ਮੇਲ ਰਿਪਰੋਡਕਟਿਵ ਸਿਸਟਮ ਨੂੰ ਅੱਗੇ ਪੜ੍ਹਦੇ ਹੋਏ ਸੈਕੰਡਰੀ ਔਰ ਅਸੈਸਰੀ ਕਰੈਕਟਰਸ ਆਪਾਂ ਅੱਜ ਪੜ੍ਹਾਂਗੇ, ਜੋ ਕਿ ਪ੍ਰਾਇਮਰੀ ਸੈਕਸ ਆਰਗਨਸ ਨੂੰ ਵਰਕ ਕਰਨ ਦੇ ਵਿੱਚ ਹੈਲਪ ਕਰਦੇ ਹਨ। ਅੱਜ ਆਪਾਂ ਮੇਲ ਰਿਪਰੋਡਕਟਿਵ ਸਿਸਟਮ ਦੇ ਵਿੱਚ ਜੋ ਸਟਰਕਚਰਸ ਕਰਨ ਜਾ ਰਹੇ ਹਾਂ ਉਹ ਹੈ ਐਪੀਡਾਈਡਾਈਮਿਸ, ਵਾਸ ਡਿਫਰੈਂਸ਼ੀਆ, ਯੂਰੇਥਰਾ, ਪੈਨਿਸ। ਔਰ ਮੇਲ ਰਿਪਰੋਡਕਟਿਵ ਸਿਸਟਮ ਨੂੰ ਹੈਲਪ ਕਰਦੇ ਨੇ ਕੁਝ ਗਲੈਂਡਸ, ਜਿਵੇਂ ਕਿ ਸੈਮੀਨਲ ਵੈਸੀਕਲ, ਪ੍ਰੋਸਟੇਟ ਗਲੈਂਡ, ਕੌਪਰਸ ਗਲੈਂਡ। ਉਸ ਤੋਂ ਬਾਅਦ ਆਪਾਂ ਮੇਲ ਰਿਪਰੋਡਕਟਿਵ ਸਿਸਟਮ ਦੇ ਮੇਨ ਫੰਕਸ਼ਨਸ ਦੇਖਾਂਗੇ ਔਰ ਇਹ ਸਿਸਟਮ ਕਿਸ ਤਰ੍ਹਾਂ ਹਾਰਮੋਨਸ ਇਸ ਨੂੰ ਕੰਟਰੋਲ ਕਰਦੇ ਨੇ, ਇਸ ਬਾਰੇ ਮੈਂ ਤੁਹਾਨੂੰ ਬਰੀਫ ਤਰੀਕੇ ਨਾਲ ਸਮਝਾਉਂਗੀ। ਓਕੇ ਬੱਚੇ, ਇਹ ਜਿਹੜਾ ਡਾਇਗਰਾਮ ਤੁਸੀਂ ਦੇਖ ਰਹੇ ਹੋ ਇਹ ਆਪਣਾ ਟੈਸਟਿਸ ਹੈ। ਕੱਲ੍ਹ ਜਿਹੜਾ ਤੁਹਾਨੂੰ ਮੈਂ ਪ੍ਰੀਵੀਅਸ ਲੈਕਚਰ ਜਿਹੜਾ ਮੈਂ ਸੀਗਾ ਉਹਦੇ 'ਚ ਮੈਂ ਤੁਹਾਨੂੰ ਸਮਝਾਇਆ ਸੀਗਾ ਕਿ ਜਿਹੜੇ ਟੈਸਟਿਸ ਨੇ ਉਹਨਾਂ ਦੇ ਵਿੱਚ ਕੰਪਾਰਟਮੈਂਟਸ ਨੇ ਔਰ ਕੰਪਾਰਟਮੈਂਟਸ ਦੇ ਵਿੱਚ ਕੀ ਹੈ, ਸੈਮੀਨੀਫੈਰਸ ਟਿਬਿਊਲਸ ਨੇ, ਰਾਈਟ। ਸੈਮੀਨੀਫੈਰਸ ਟਿਬਿਊਲਸ ਅੱਗੇ ਜਾ ਕੇ ਸਟ੍ਰੇਟ ਹੁੰਦੇ ਨੇ ਤਾਂ ਉਹ ਇੱਕ ਨੈਟਵਰਕ ਬਣਾਉਂਦੇ ਨੇ। ਉਸ ਨੈਟਵਰਕ ਨੂੰ ਆਪਾਂ ਬੋਲਿਆ ਸੀ ਰੀਡ ਟੈਸਟਿਸ, ਰਾਈਟ। ਰੀਡ ਟੈਸਟਿਸ ਅੱਗੇ ਜਾ ਕੇ ਟਿਊਬ ਲਾਈਕ ਸਟਰਕਚਰ, ਛੋਟੇ ਛੋਟੇ ਨੈਰੋ ਚੈਨਲਸ ਬਣਾ ਰਹੇ ਨੇ, ਉਸ ਨੂੰ ਅਸੀਂ ਬੋਲਿਆ ਸੀ ਵਾਸਾ ਐਫਰੈਂਸ਼ੀਆ। ਇੰਨਾ ਅਸੀਂ ਆਲਰੇਡੀ ਕਰ ਚੁੱਕਿਆ ਸੀ। ਅੱਜ ਆਪਾਂ ਫਸਟ ਇੰਪੋਰਟੈਂਟ ਆਪਣਾ ਇੱਕ ਅਸੈਸਰੀ ਸਟਰਕਚਰ ਕਰਨ ਜਾ ਰਹੇ ਹਾਂ, that is known as epididymis। ਟੈਸਟਿਸ ਦੇ ਬੱਚੇ ਪੋਸਟੀਰੀਅਰ ਸਾਈਡ ਤੇ, ਪੋਸਟੀਰੀਅਰ ਲੇਟਰਲ ਸਾਈਡ ਤੇ ਇੱਕ ਸਟਰਕਚਰ ਹੈ ਜਿਸ ਨੂੰ ਆਪਾਂ ਬੋਲਦੇ ਹਾਂ ਐਪੀਡਾਈਡਾਈਮਿਸ। ਸੋ ਇਹ ਜਿਹੜਾ ਤੁਸੀਂ ਸਟਰਕਚਰ ਦੇਖ ਰਹੇ ਹੋ, ਇਹ ਸਟਰਕਚਰ, ਇਹਨੂੰ ਅਸੀਂ ਐਪੀਡਾਈਡਾਈਮਿਸ ਬੋਲਦੇ ਹਾਂ। ਐਪੀਡਾਈਡਾਈਮਿਸ 3 ਪਾਰਟਸ ਹੁੰਦੇ ਨੇ ਉਸਦੇ। ਜਿਹੜਾ ਸਭ ਤੋਂ ਉੱਪਰ ਵਾਲਾ ਪਾਰਟ ਹੈ ਇਹ ਕੈਪ ਲਾਈਕ ਸਟਰਕਚਰ ਹੈ, ਇਸ ਨੂੰ ਅਸੀਂ ਕਹਿੰਦੇ ਹਾਂ ਕੈਪੁਟ ਐਪੀਡਾਈਡਾਈਮਿਸ। ਉਸ ਤੋਂ ਬਾਅਦ ਨੀਚੇ ਇਸ ਦੀ ਇਹ ਬਾਡੀ ਹੈ, ਇਸ ਨੂੰ ਅਸੀਂ ਕਹਿੰਦੇ ਹਾਂ ਕਾਰਪਸ ਐਪੀਡਾਈਡਾਈਮਿਸ। ਔਰ ਨੀਚੇ ਇੱਕ ਟੇਲ ਲਾਈਕ ਸਟਰਕਚਰ ਹੈ, ਇਸ ਨੂੰ ਅਸੀਂ ਕਹਿੰਦੇ ਹਾਂ ਕੌਡਾ ਐਪੀਡਾਈਡਾਈਮਿਸ, ਰਾਈਟ। ਜਿਹੜਾ ਐਪੀਡਾਈਡਾਈਮਿਸ ਹੈ ਇਹ ਇੱਕ ਇਲੋਂਗੇਟਿਡ ਕੋਇਲਡ ਸਟਰਕਚਰ ਹੈ, ਤਕਰੀਬਨ 6 ਮੀਟਰ ਇਸ ਦੀ ਲੈਂਥ ਹੁੰਦੀ ਹੈ, ਬਟ ਇਹ ਕੋਇਲਡ ਹੈ। ਔਰ ਜਿਹੜਾ ਇਹਦਾ ਹੈਡ ਹੈ ਕੈਪੁਟ, ਇਹ ਹੈਡ ਜਿਹੜਾ ਹੈ ਇਹ ਵਾਸ ਐਫਰੈਂਸ਼ੀਆ, ਜਦੋਂ ਸਪਰਮਸ ਆਉਂਦੇ ਨੇ, ਸਪਰਮਸ ਰਿਲੀਜ਼ ਜਦੋਂ ਹੁੰਦੇ ਨੇ ਰੀਡ ਟੈਸਟਿਸ ਕੋਲ ਆਉਣਗੇ, ਫਿਰ ਵਾਸਾ ਐਫਰੈਂਸ਼ੀਆ ਕੋਲ ਆਉਣਗੇ। ਉਸ ਤੋਂ ਬਾਅਦ ਜਿਹੜਾ ਕੈਪੁਟ ਪਾਰਟ ਹੈਗਾ ਇਹ ਸਪਰਮਸ ਨੂੰ ਰਿਸੀਵ ਕਰੇਗਾ, ਰਾਈਟ। ਉਸ ਤੋਂ ਬਾਅਦ ਜਿਹੜੀ ਹੈਡ ਪਾਰਟ ਹੈ ਔਰ ਜਿਹੜੇ ਬੋਡੀ ਪਾਰਟ ਹੈ ਐਪੀਡਾਈਡਾਈਮਿਸ ਦਾ, ਸਪਰਮਸ ਨੂੰ ਇਹ ਟੈਂਪਰੇਰਲੀ ਸਟੋਰ ਕਰਦੇ ਨੇ। ਇੱਥੇ 18 ਤੋਂ ਲੈ ਕੇ 24 ਆਵਰਸ ਤੱਕ ਸਪਰਮ ਜਿਹੜਾ ਹੈਗਾ ਉਹ ਸਟੋਰ ਰਹਿੰਦਾ ਹੈ। ਸਪਰਮਸ ਨੂੰ ਇੱਥੇ ਨਿਊਟ੍ਰੀਸ਼ਨ ਮਿਲਦੀ ਹੈ ਔਰ ਸਪਰਮਸ ਦੀ ਇੱਥੇ ਮੈਚੂਰੇਸ਼ਨ ਵੀ ਹੁੰਦੀ ਹੈ। ਸਪਰਮਸ ਜਿਹੜੇ ਨੇ ਉਹ ਆਪਣੀ ਇੱਕ ਐਬਿਲਿਟੀ ਗੇਨ ਕਰਦੇ ਨੇ, ਮੈਚਿਓਰ ਹੁੰਦੇ ਨੇ, ਕਿਉਂਕਿ ਉਹਨਾਂ ਨੇ ਅੱਗੇ ਜਾ ਕੇ ਐਗ ਨੂੰ ਫਰਟੀਲਾਈਜ਼ ਕਰਨਾ ਹੁੰਦਾ ਹੈ, ਰਾਈਟ। ਸੋ ਇਹ ਅੱਜ ਦਾ ਸਾਡਾ ਫਸਟ ਸਟਰਕਚਰ ਸੀਗਾ ਐਪੀਡਾਈਡਾਈਮਿਸ। ਐਪੀਡਾਈਡਾਈਮਿਸ ਦਾ ਜਿਹੜਾ ਟੇਲ ਹੈ, ਨੀਚੇ ਵਾਲਾ ਪਾਰਟ, ਜਿਸ ਨੂੰ ਆਪਾਂ ਕੌਡਾ ਬੋਲਿਆ, ਰਾਈਟ। ਇਸ ਕੌਡਾ ਤੋਂ ਇੱਕ ਨਵਾਂ ਸਟਰਕਚਰ ਸ਼ੁਰੂ ਹੋ ਰਿਹਾ ਹੈ। ਮੈਂ ਤੁਹਾਨੂੰ ਇੱਥੇ ਲਾਈਨ ਡਰਾ ਕਰਕੇ ਦੱਸ ਰਹੀ ਹਾਂ। ਇਹ ਸਟਰਕਚਰ ਹੈ, ਇਸ ਨੂੰ ਅਸੀਂ ਕਹਿੰਦੇ ਹਾਂ ਵਾਸਾ ਡਿਫਰੈਂਸ਼ੀਆ। ਅਤੇ ਮੈਂ ਇਹ ਨਹੀਂ ਪਾਇਆ ਬੇਟੇ, ਇਟ ਇਜ਼ ਵਾਸਾ ਡਿਫਰੈਂਸ਼ੀਆ। वासा डिफरेंशिया क्या चीज़ है? एक लॉन्ग ट्यूब लाइक स्ट्रक्चर है जो एपीडाइडाइमिस की टेल तो शुरू होता है, ठीक है। टेल तो शुरू होके ਇਹ ਕੀ ਕਰਦਾ ਹੈ, ਇਹ ਉੱਪਰ ਵਾਲੇ ਪਾਸੇ ਜਾਂਦਾ ਹੈ ਜਿੱਧਰ ਸਾਡੀ ਐਬਡੋਮੀਨਲ ਕੈਵਿਟੀ ਹੈ। ਮੈਂ ਤੁਹਾਨੂੰ ਪ੍ਰੀਵੀਅਸ ਲੈਕਚਰ 'ਚ ਇਨਗੁਇਨਲ ਕੈਨਾਲ ਦੱਸਿਆ ਸੀ, ਉਹਨਾਂ 'ਚੋਂ ਪਾਸ ਹੁੰਦਾ ਹੈ ਔਰ ਉੱਪਰ ਐਬਡੋਮੀਨਲ ਕੈਵਿਟੀ ਦੀ ਤਰਫ ਜਾਂਦਾ ਹੈ। ਉੱਪਰ ਜਿੱਥੇ ਸਾਡਾ ਯੂਰੀਨਰੀ ਬਲੈਡਰ ਹੈ ਉਹਦੇ ਉੱਪਰੋਂ ਇਹ ਪਾਸ ਕਰਦਾ ਹੈ, ਠੀਕ ਹੈ। ਅੱਗੇ ਇਹ ਕਿਸ ਦੇ ਨਾਲ ਜੁੜਦਾ ਹੈ ਇਹ ਮੈਂ ਤੁਹਾਨੂੰ ਨੈਕਸਟ ਦੱਸੂਗੀ। ਆਈ ਹੋਪ ਇਹ ਡਾਇਗਰਾਮ ਤੁਹਾਨੂੰ ਕਲੀਅਰ ਹੋ ਗਿਆ ਬੱਚੇ। ਨੈਕਸਟ ਸੇਮ ਇਹ ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਇਹ ਡਾਇਗਰਾਮ ਦਿਖਾਇਆ ਸੀਗਾ। ਸੋ ਬੱਚੇ ਇਹ ਸਾਡੇ ਟੈਸਟਿਸ ਹੈ, ਇਹ ਸਾਡੇ ਟੈਸਟਿਸ ਹੈ 1 and 2।
ਸਕਰੋਟਮ ਜਿਸ ਦੇ ਵਿੱਚ ਟੈਸਟਿਸ ਪ੍ਰੈਜ਼ੈਂਟ ਹੈ, ਔਰ ਇਹ ਜਿਹੜਾ ਬਲੂ ਕਲਰ ਦਾ ਸਟਰਕਚਰ ਹੈਗਾ ਦਿਸ ਇਜ਼ ਐਪੀਡਾਈਡਾਈਮਿਸ, ਜਿਹੜਾ ਤੁਹਾਨੂੰ ਮੈਂ ਹੁਣੇ ਐਕਸਪਲੇਨ ਕੀਤਾ। ਔਰ ਐਪੀਡਾਈਡਾਈਮਿਸ ਦੇ ਕੌਡਾ ਪਾਰਟ 'ਚੋਂ ਇਹ ਜਿਹੜੀ ਉੱਪਰ ਨੂੰ ਇਹ ਡਕਟ ਜਾ ਰਹੀ ਹੈ, ਇਸ ਨੂੰ ਅਸੀਂ ਕਹਿੰਦੇ ਹਾਂ ਵਾਸਾ ਡਿਫਰੈਂਸ਼ੀਆ ਜਾਂ ਵਾਸ ਡੈਫਰੈਂਸ। ਠੀਕ ਹੈ, ਨਾਓ ਨੈਕਸਟ, ਇਹ ਮੇਲ ਦਾ रिप्रोडक्टिव सिस्टम फ्रंट व्यू है। ये मैं डायग्राम इसलिए लिया ताकि मैं थोनों जिहड़े दूसरे असैसरी ग्लैंड्स ने या डक्ट्स ने वो मैं थोनों सारियां क्लीयर कर सकां, इस मैं थोनों एक्सप्लेन करांगी। देखो बच्चे, आपां इत्थों शुरू करांगे। स्क्रॉटल सैक मैं थोनों ऑलरेडी समझा चुकी हाँ। स्क्रॉटल सैक दे विच पेयर ऑफ आपां मेल रिप्रोडक्टिव सिस्टम दे विच पेयर ऑफ टेस्टिस है, 1 and 2 टेस्टिस। ਇੱਥੇ बेटे टेस्टिस थोड़े दूर बनाए गए हैं, जबकि नॉर्मली टेस्टिस ਜਿਹੜੇ ਹੁੰਦੇ ਨੇ ਬਹੁਤ ਨੇੜੇ ਹੁੰਦੇ ਨੇ। ਸਕਰੋਟਲ ਸੈਕ ਦੇ ਵਿੱਚ ਇੱਕ ਸੈਪਟਮ ਹੈ ਔਰ ਇਹ ਬਹੁਤ ਨੇੜੇ ਹੁੰਦੇ ਆ, ਬਟ ਇਸ ਨੂੰ ਸਟਰਕਚਰ ਨੂੰ ਐਕਸਪਲੇਨ ਕਰਨ ਵਾਸਤੇ ਆਪਾਂ ਇਹਦੇ ਵਿੱਚ ਥੋੜੇ ਦੂਰ ਬਣਾਏ ਹੈ। ਉਸ ਤੋਂ ਬਾਅਦ ਟੈਸਟਿਸ ਦੇ ਉੱਪਰ ਆ ਤੁਸੀਂ ਸਟਰਕਚਰ ਦੇਖ ਸਕਦੇ ਹੋ, ਦਿਸ ਇਜ਼ ਐਪੀਡਾਈਡਾਈਮਿਸ, ਇਹ ਐਪੀਡਾਈਡਾਈਮਿਸ ਹੈ। ਐਪੀਡਾਈਡਾਈਮਿਸ ਦੇ ਨੀਚੋਂ ਇਹ ਕਨਾਲ ਆ ਰਹੀ ਹੈ, ਦਿਸ ਇਜ਼ ਵਾਸ ਡਿਫਰੈਂਸ਼ੀਆ। ਠੀਕ ਹੈ, ਉਸ ਤੋਂ ਬਾਅਦ ਜਿਹੜਾ ਸਾਡਾ ਨੈਕਸਟ ऑर्गन ਆਪਾਂ ਕਰਨ ਜਾ ਰਹੇ ਹਾਂ ਉਸ ਨੂੰ ਆਪਾਂ ਕਹਿੰਦੇ ਹਾਂ ਯੂਰੇਥਰਾ। ਯੂਰੇਥਰਾ ਕਿਆ ਚੀਜ਼ ਹੈ ਬੱਚੇ? ਆਪਾਂ +1 ਦੇ ਵਿੱਚ ਜਦੋਂ ਐਕਸਕ੍ਰੀਟਰੀ ਸਿਸਟਮ ਪੜ੍ਹਿਆ ਸੀ, ਆਪਾਂ ਦੇਖਿਆ ਕਿ ਜਿਹੜਾ ਜਦੋਂ ਕਿਡਨੀਜ਼ ਤੋਂ ਯੂਰੇਟਰਸ ਆਉਂਦੇ ਨੇ ਤਾਂ ਆ ਕੇ ਯੂਰੀਨਰੀ ਬਲੈਡਰ ਦੇ ਅੰਦਰ ਘੁੰਮਦੇ। ਇਹ ਕੀ ਹੈ? ਇਹ ਯੂਰੀਨਰੀ ਬਲੈਡਰ ਹੈ। ਯੂਰੀਨਰੀ ਬਲੈਡਰ ਦੀ ਓਪਨਿੰਗ ਨੂੰ ਆਪਾਂ ਯੂਰੇਥਰਾ ਬੋਲਦੇ ਹਾਂ। ਠੀਕ ਹੈ, ਇਹ ਯੂਰਿਨ ਕੈਰੀ ਕਰਦਾ ਹੈ, ਇਟ ਕੈਰੀਜ਼ ਯੂਰਿਨ। ਸੋ ਇਹ ਜਿਹੜਾ ਤੁਹਾਨੂੰ ਸਟਰਕਚਰ ਨਜ਼ਰ ਆ ਰਿਹਾ ਹੈ ਨੀਚੇ, ਇਹ ਵਾਲਾ ਜਿਹੜਾ ਸਟਰਕਚਰ ਨਜ਼ਰ ਆ ਰਿਹਾ ਹੈ, ਇਹ ਸਟਰਕਚਰ, ਇਸ ਨੂੰ ਅਸੀਂ ਯੂਰੇਥਰਾ ਬੋਲਦੇ ਹਾਂ। ਹੁਣ ਯੂਰੇਥਰਾ ਕਿਆ ਚੀਜ਼ ਹੈ ਬੱਚੇ? ਜਿਹੜਾ ਮੇਲ ਦਾ ਯੂਰੇਥਰਾ ਹੈ ਉਹ ਯੂਰਿਨ ਕੈਰੀ ਕਰਦਾ ਹੈ, ਪਲੱਸ ਉਹ ਕੀ ਕੈਰੀ ਕਰਦਾ ਹੈ? ਸਪਰਮਸ ਵੀ ਕੈਰੀ ਕਰਦਾ ਹੈ। ਕਿਸ ਤਰ੍ਹਾਂ? ਦੇਖੋ, ਜਿਸ ਤਰ੍ਹਾਂ ਜਦੋਂ ਇਹ ਟੈਸਟਿਸ ਦੇ ਨਾਲ ਐਪੀਡਾਈਡਾਈਮਿਸ, ਟੈਸਟਿਸ ਤੋਂ ਸਪਰਮ ਵਾਸ ਐਫਰੈਂਸ਼ੀਆ 'ਚ ਗਏ, ਐਫਰੈਂਸ਼ੀਆ ਤੋਂ ਬਾਅਦ ਐਪੀਡਾਈਡਾਈਮਿਸ ਦੇ ਹੈਡ ਕੋਲ ਗਏ, ਫਿਰ ਉਸ ਦੀ ਬੋਡੀ ਕੋਲ ਗਏ, ਫਿਰ ਉਸ ਦੀ ਟੇਲ ਕੋਲ ਗਏ, ਫਿਰ ਵਾਸ ਡਿਫਰੈਂਸ਼ੀਆ ਤੋਂ ਹੁੰਦੇ ਆ ਦੇਖੋ ਵਾਸ ਡਿਫਰੈਂਸ਼ੀਆ ਉੱਪਰ ਵਾਲੇ ਪਾਸੇ ਨੂੰ ਜਾ ਰਿਹਾ। ਮੈਂ ਹੁਣੇ ਤੁਹਾਨੂੰ ਦੱਸਿਆ ਉੱਪਰ ਵਾਲੇ ਪਾਸੇ ਜਾ ਕੇ ਅਸੈਂਡ ਹੋ ਕੇ ਇਹ ਯੂਰੀਨਰੀ ਬਲੈਡਰ ਦੇ ਕੋਲੋਂ ਘੁੰਮ ਕੇ ਫਿਰ ਇਹ ਨੀਚੇ ਨੂੰ ਆ ਰਿਹਾ ਦੇਖੋ, ਔਰ ਇਹ ਆ ਕੇ ਅਲਟੀਮੇਟਲੀ ਜਿਹੜੀ ਯੂਰੀਨਰੀ ਬਲੈਡਰ ਤੋਂ ਡਕਟ ਆ ਰਹੀ ਹੈ ਉਸ ਦੇ ਨਾਲ ਜੁੜ ਜਾਂਦਾ ਹੈ। समझ आ गई बच्चे? मैं फिर दस रही हाँ, जिहड़ा वास डिफरेंशिया है जो स्पर्म्स लैके आ रहा है, ये उपर वाले पासे नूं जाके पास करेगा यूरिनरी ब्लैडर दे उपरों इन द एबडोमिनल कैविटी और इट जॉइन्स द यूरेथरा। राइट, यूरेथरा दे नाले ज्वाइन कर रहा है। ओके, इत्थे कुछ ग्लैंड्स बने हुए हैं, थोनों मैं हुणे शॉर्टली एक्सप्लेन करूँगी इसका की फंक्शन है। सो आई होप आ थोनों समझ आ गया। सो नैक्सट जिहड़ा ऑर्गन है वो हैगा पेनिस। जिहड़ा यूरिनोजेनाइटल एक कैनाल आ रही है उसके बाहर ये जिहड़ा स्ट्रक्चर बनाया हुआ है, ये जिहड़ा स्ट्रक्चर बनाया है, ये सारा स्ट्रक्चर, ये दोनों पासे जिहड़ा स्ट्रक्चर बनया है इस नूं असीं बोलदे हां पेनिस। पेनिस मेल दे विच एक्सटर्नल जेनिटेलिया है और ये एक कॉपुलेटरी ऑर्गन है और इस बहुत ज़्यादा वॉस्कुलर हुंदा है। ठीक है, पेनिस की जिहड़ी टिप हुंदी है, टिप ऑफ द पेनिस, ये बहुत सेंसिटिव होंगी है, इनू असी ग्लांस पेनिस भी बोलते हैं। और इसके उपर एक स्किन का फोल्ड होंदा है जिन्हों असी फोरस्किन बोलते हैं। हुण बच्चे देखो, इत्थे एक बहुत इंपॉर्टेंट क्वेश्चन है, जिहड़ा मेल का यूरेथरा हैगा उसनू असी यूरिनोजेनाइटल कैनाल बोलते हैं। इट इज़ नोन एज यूरिनोजेनाइटल कैनाल, CANAL, यूरिनोजेनाइटल कैनाल बोलते हैं इसनू। इसनों असी यूरिनोजेनाइटल कैनाल क्यों बोलते हैं? ये एक इंपॉर्टेंट क्वेश्चन है, एग्जामिनेशन पॉइंट ऑफ व्यू ना बहुत इंपॉर्टेंट है, क्योंकि जिहड़ा मेल का यूरेथरा है ये दो चीज़ां कैरी कर रहा है। इट कैरीज यूरिन विच इज़ कमिंग फ्रॉम द यूरिनरी ब्लैडर, राइट, प्लस इट कैरीज द स्पर्म्स एंड सिक्रीशंस ऑल्सो। वेरी स्लोली आई एम गोइंग टू एक्सप्लेन यू। यूरिन कैरी कर रहा है, स्पर्म कैरी कर रहा है, और जिन्ने इत्थे ग्लैंड्स ने, जिमें एक ग्लैंड है इनू असीं सैमिनल वैसिकल कहते हैं, दूसरा ग्लैंड एक ट्रायंगुलर शेप का नज़र आ रहा है, तीसरा एक नीचे होर ग्लैंड नज़र आ रहा है, ये डिफरेंट ग्लैंड्स ने।
सो ਜਿਹੜਾ ਮੇਲ ਦਾ ਯੂਰੇਥਰਾ ਹੈ ਉਹ ਯੂਰਿਨ ਸਪਰਮ ਪਲਸ ਗਲੈਂਡਸ ਦੀ ਜਿਹੜੀ ਸਿਕਰੀਸ਼ਨ ਹੈ ਉਹਨਾਂ ਨੂੰ ਕੈਰੀ ਕਰਦਾ ਹੈ। ਇਸ ਕਰਕੇ ਮੇਲ ਦਾ ਜਿਹੜਾ ਯੂਰੇਥਰਾ ਹੈ ਉਸ ਨੂੰ ਅਸੀਂ ਯੂਰੀਨੋਜੇਨਾਈਟਲ ਕੈਨਾਲ ਬੋਲਦੇ ਹਾਂ, ਰਾਈਟ। ਹੁਣ ਉਸ ਤੋਂ ਬਾਅਦ ਬੱਚੇ ਇਹ ਤੁਹਾਨੂੰ ਇੱਕ ਸਟਰਕਚਰ ਨਜ਼ਰ ਆ ਰਿਹਾ ਹੈ, ਦੋਨੋਂ ਪਾਸੇ ਇੱਕ ਸਟਰਕਚਰ ਨਜ਼ਰ ਆ ਰਿਹਾ ਹੈ, ਇੱਕ ਇੱਥੇ ਔਰ ਇੱਥੇ ਇੱਕ ਪੇਅਰ ਆਫ ਸਟਰਕਚਰ ਨਜ਼ਰ ਆ ਰਿਹਾ ਹੈ। ਇਸ ਨੂੰ ਅਸੀਂ ਇਹ ਫਰਸਟ ਗਲੈਂਡ ਹੈ ਜਿਹਨੂੰ ਅਸੀਂ ਸੈਮੀਨਲ ਵੈਸੀਕਲ ਬੋਲਦੇ ਹਾਂ। ਸੈਮੀਨਲ ਵੈਸੀਕਲ ਇਲੋਂਗੇਟਿਡ ਗਲੈਂਡਸ ਨੇ। ਜਦੋਂ ਸਾਡਾ ਵਾਸ ਡਿਫਰੈਂਸ਼ੀਆ ਇੱਥੋਂ ਸਪਰਮਸ ਲੈ ਕੇ ਆਉਂਦਾ ਹੈ, ਰਾਈਟ, ਤਾਂ ਇਹ ਜਿਹੜੇ ਸੈਮੀਨਲ ਵੈਸੀਕਲਸ ਨੇ ਇਹ ਸਿਕਰੀਸ਼ਨ ਬਣਾਉਂਦੇ ਨੇ ਜਿਹਨੂੰ ਅਸੀਂ ਸੀਮਨ ਬੋਲਦੇ ਹਾਂ ਔਰ ਆਪਣੀ ਸਿਕਰੀਸ਼ਨ ਇਸ ਡਕਟ ਦੇ ਅੰਦਰ ਐਡ ਕਰ ਦਿੰਦੇ ਆ। ਉਸ ਤੋਂ ਬਾਅਦ ਜਿਹੜਾ ਸਾਡਾ ਵਾਸ ਡਿਫਰੈਂਸ਼ੀਆ ਹੈਗਾ, ਜਦੋਂ ਸੈਮੀਨਲ ਵੈਸੀਕਲ ਦੀ ਸਿਕਰੀਸ਼ਨ ਉਹਦੇ 'ਚ ਐਡ ਹੋ ਗਈ ਤਾਂ ਉਸ ਤੋਂ ਬਾਅਦ ਇਸ ਨੂੰ ਅਸੀਂ ਇਜੈਕੂਲੇਟਰੀ ਡਕਟ ਬੋਲਦੇ ਹਾਂ, ਇਜੈਕੂਲੇਟਰੀ ਡਕਟ, ਠੀਕ ਹੈ। ਸੋ ਜੋ ਸੈਮੀਨਲ ਵੈਸਲਸ ਦੀ ਜਿਹੜੀ ਸਿਕਰੀਸ਼ਨ ਹੈ ਉਹ 60% ਜਿਹੜਾ ਸੀਮਨ ਹੈ ਉਹ ਇਹ ਦੋਨੋਂ ਸੈਮੀਨਲ ਵੈਸੀਕਲਸ ਬਣਾਉਂਦੇ ਹੈ ਔਰ ਜਿਹਦੇ 'ਚ ਕਿ ਫਰੈਕਟੋਜ਼ ਪ੍ਰੋਟੀਨਸ ਹੁੰਦਾ ਹੈ ਜੋ ਕਿ ਸਪਰਮਸ ਨੂੰ ਐਕਟੀਵੇਟ ਕਰਦੇ ਆ। ਨਾਓ ਸੈਕਿੰਡ ਜਿਹੜਾ ਗਲੈਂਡ ਹੈ, ਤੁਹਾਨੂੰ ਇਹ ਇੱਕ ਟਰਾਇੰਗੂਲਰ ਸ਼ੇਪ ਦਾ ਇਹ ਗਲੈਂਡ ਨਜ਼ਰ ਆ ਰਿਹਾ ਹੈ, ਸੈਕਿੰਡ ਗਲੈਂਡ। ਇਸ ਨੂੰ ਅਸੀਂ ਪ੍ਰੋਸਟੇਟ ਗਲੈਂਡ ਕਹਿੰਦੇ ਹਾਂ, ਜੋ ਕਿ ਚੈਸਟਨਟ ਸ਼ੇਪ ਦਾ ਗਲੈਂਡ ਹੈ, ਕਾਫੀ ਸਪੌਂਜੀ ਹੁੰਦਾ ਹੈ ਔਰ ਯੂਰੇਥਰਾ ਦੇ ਪ੍ਰੋਕਸੀਮਲ ਪਾਰਟ 'ਤੇ ਹੁੰਦਾ ਹੈ। ਇਹ ਵੀ ਸਿਕਰੀਸ਼ਨ ਬਣਾਉਂਦਾ ਹੈ। 60% ਸਿਕਰੀਸ਼ਨ ਸੈਮੀਨਲ ਵੈਸੀਕਲਸ ਬਣਾਉਂਦੇ ਨੇ ਔਰ 30% ਜਿਹੜਾ ਸੀਮਨ ਹੈ ਉਹ ਪ੍ਰੋਸਟੇਟ ਗਲੈਂਡ ਬਣਾਉਂਦਾ ਹੈ, ਜਿਸ ਦੇ ਵਿੱਚ ਕਿ ਸਿਟਰਿਕ ਐਸਿਡ ਹੁੰਦਾ ਹੈ ਔਰ ਬਾਈਕਾਰਬੋਨੇਟ ਆਇਨਸ ਹੁੰਦੇ ਨੇ। ਔਰ ਇਹ ਜਿਹੜੀ ਸਿਕਰੀਸ਼ਨ ਹੈ ਇਹ ਵੀ ਸਪਰਮਸ ਨੂੰ ਨਿਊਟ੍ਰੀਸ਼ਨ ਦਿੰਦੀ ਹੈ, ਉਹਨਾਂ ਨੂੰ ਐਕਟੀਵੇਟ ਕਰਦੀ ਹੈ ਔਰ ਉਸ ਦੇ ਨਾਲ ਨਾਲ ਹੀ ਜਿਹੜੀ ਯੂਰਿਨ ਹੈ, ਯੂਰਿਨ ਦੀ ਜਿਹੜੀ ਐਸਿਡਿਟੀ ਹੁੰਦੀ ਹੈ, ਐਸਿਡਿਕ ਨੇਚਰ ਹੈ ਯੂਰਿਨ ਦਾ, ਉਸ ਨੂੰ ਵੀ ਇਹ ਨਿਊਟਰਲਾਈਜ਼ ਕਰਦਾ ਹੈ। ਕਿਉਂਕਿ ਅਗਰ ਇਹ ਨਿਊਟਰਲਾਈਜ਼ ਨਹੀਂ ਕਰੇਗਾ ਤਾਂ ਯੂਰਿਨ ਦੇ ਐਸਿਡਿਕ ਨੇਚਰ ਕਰਕੇ ਜਿਹੜੇ ਸਪਰਮਸ ਹੈਗੇ ਨੇ ਉਹ ਕਿਲ ਹੋ ਜਾਣਗੇ। ਨਾਓ ਤੀਸਰਾ ਜਿਹੜਾ ਗਲੈਂਡ ਹੈਗਾ ਉਹ ਨੀਚੇ ਦੇਖੋ, ਇਹ ਦੋ ਪੇਅਰ ਆਫ ਗਲੈਂਡਸ ਇੱਥੇ ਨਜ਼ਰ ਆ ਰਿਹਾ ਹੈ। ਇਹਨੂੰ ਅਸੀਂ ਕੌਪਰਸ ਗਲੈਂਡ ਵੀ ਬੋਲਦੇ ਹਾਂ ਔਰ ਇਸ ਦਾ ਇੱਕ ਹੋਰ ਨਾਮ ਹੈ, ਇਸ ਨੂੰ ਅਸੀਂ ਬਲਬੋ ਯੂਰੀਥਰਲ ਗਲੈਂਡ ਬੋਲਦੇ ਹਾਂ, ਬਲਬੋ ਯੂਰੀਥਰਲ ਗਲੈਂਡ, ਰਾਈਟ। ਇਹ ਪੇਅਰ ਹੈ, ਛੋਟੇ ਵਾਈਟਸ ਹੁੰਦਾ ਹੈ ਕਲਰ ਇਸ ਦਾ, ਮਟਰ ਦੇ ਦਾਣੇ ਵਰਗੇ ਬਹੁਤ ਛੋਟੇ ਨੇ ਔਰ ਇਹ ਜਿੱਥੇ ਸਾਡਾ ਪੈਨਿਸ ਸ਼ੁਰੂ ਹੋ ਰਿਹਾ ਉਸ ਦੀ ਜਿਹੜੀ ਬੈਕ ਸਾਈਡ ਹੈ ਉੱਥੇ ਕੌਪਰਸ ਗਲੈਂਡ ਪ੍ਰੈਜ਼ੈਂਟ ਹੁੰਦੇ ਨੇ ਔਰ ਕੌਪਰ ਗਲੈਂਡਸ ਜਿਹੜੇ ਨੇ ਇਹਨਾਂ ਦਾ ਫੰਕਸ਼ਨ ਕੀ ਹੈ, ਇਹ ਮਿਊਕਸ ਬਣਾਉਂਦੇ ਆ। ਮਿਊਕਸ ਜਿਹੜਾ ਹੈਗਾ ਉਹ ਪੈਨਿਸ ਨੂੰ ਲੁਬਰੀਕੇਟ ਕਰਦਾ ਹੈ, ਕੋਪੂਲੇਸ਼ਨ ਦੇ ਟਾਈਮ 'ਤੇ ਉਸ ਨੂੰ ਹੈਲਪ ਕਰਦਾ ਹੈ। ਸੋ ਜੋ ਮੇਲ ਦਾ ਸੀਮਨ ਬਣੇਗਾ ਉਸ ਦੇ ਵਿੱਚ ਸਿਰਫ 10% ਜਿਹੜੇ ਨੇ ਮੇਲ ਦੇ ਸੀਮਨ ਦੇ ਵਿੱਚ ਕੀ ਹੁੰਦੇ ਨੇ, ਸਪਰਮਸ ਹੁੰਦੇ ਨੇ, ਓਨਲੀ 10%। ਜਦ ਕਿ 90% ਮੇਲ ਦੇ ਵਿੱਚ ਕੀ ਹੋਏਗਾ, 90% ਸਿਕਰੀਸ਼ਨ ਹੋਏਗੀ। ਕਿਹੜੀ ਸਿਕਰੀਸ਼ਨ, ਜਿਹੜੀ ਸਾਡੇ ਗਲੈਂਡਸ ਤੋਂ ਆਈ ਹੈ, ਸੈਮੀਨਲ ਵੈਸੀਕਲ ਐਂਡ ਪ੍ਰੋਸਟੇਟ ਗਲੈਂਡ ਐਂਡ ਜਿਹੜਾ ਸਾਡਾ ਕੌਪਰ ਗਲੈਂਡਸ ਨੇ ਮਿਊਕਸ ਪ੍ਰੋਡਿਊਸ ਕੀਤਾ ਹੈ, ਠੀਕ ਹੈ ਬੱਚੇ। ਨਾਓ ਇਹ ਸੇਮ ਡਾਇਗਰਾਮ ਹੈ ਬਟ ਇਹ ਸਾਈਡ ਵਿਊ ਹੈ, ਬਹੁਤ ਇੰਟਰਸਟਿੰਗ ਹੈ, ਤੁਸੀਂ ਧਿਆਨ ਨਾਲ ਦੇਖੋ। ਆਈ ਹੋਪ ਹੁਣ ਤੁਹਾਨੂੰ ਬਿਲਕੁਲ ਸਮਝ ਆ ਜਾਏਗਾ। ਸਕਰੋਟਮ ਹੈ, ਉਸ ਦੇ ਵਿੱਚ ਟੈਸਟਿਸ ਹੈ, ਵਨ ਸਾਈਡ ਬਣਾਇਆ ਹੋਇਆ ਹੈ, ਵਨ ਟੈਸਟਿਸ ਸ਼ੋ ਹੋ ਰਹੀ ਹੈ। ਟੈਸਟਿਸ ਦੇ ਉੱਪਰ ਐਪੀਡਾਈਡਾਈਮਿਸ ਦੇਖ ਰਹੇ ਹੋ, ਐਪੀਡਾਈਡਾਈਮਿਸ ਤੋਂ ਵਾਸ ਡਿਫਰੈਂਸ਼ੀਆ ਆ ਰਿਹਾ ਹੈ, ਵਾਸ ਡਿਫਰੈਂਸ਼ੀਆ ਉੱਪਰ ਜਾ ਕੇ ਯੂਰੀਨਰੀ ਬਲੈਡਰ ਦੇ ਉੱਪਰੋਂ ਘੁੰਮ ਰਿਹਾ ਹੈ ਔਰ ਆ ਕੇ ਇੱਥੇ ਸਾਡੀ ਯੂਰੀਨੋਜੇਨਾਈਟਲ ਕੈਨਾਲ ਬਣ ਗਈ, ਠੀਕ ਹੈ। ਉਸ ਤੋਂ ਬਾਅਦ ਇਹ ਸਾਡਾ ਗਲੈਂਡਸ ਦਿਖ ਰਹੇ ਨੇ, ਸੈਮੀਨਲ ਵੈਸੀਕਲ ਹੈ, ਇੱਥੇ ਕੌਪਰਸ ਗਲੈਂਡ ਦਿਖ ਰਿਹਾ ਹੈ ਔਰ ਜਿਹੜਾ ਪ੍ਰੋਸਟੇਟ ਗਲੈਂਡ ਹੈ ਉਹ ਨਜ਼ਰ ਆ ਰਿਹਾ। ਸੋ ਇਹ ਸਾਡਾ ਮੇਲ ਰਿਪਰੋਡਕਟਿਵ ਸਿਸਟਮ ਦਾ ਸਾਈਡ ਵਿਊ ਹੈ। ਸੋ ਬੱਚੇ ਤੁਹਾਨੂੰ ਮੈਂ ਇੱਕ ਛੋਟੇ ਜਿਹੇ ਬਰੀਫ ਨੋਟਸ ਦਿੱਤੇ ਨੇ ਜੋ ਕਿ ਬਹੁਤ ਇੰਪੋਰਟੈਂਟ ਹੈ। ਜੋ ਮੈਂ ਤੁਹਾਨੂੰ ਮੇਲ ਰਿਪਰੋਡਕਟਿਵ ਸਿਸਟਮ ਦੇ 3 ਗਲੈਂਡਸ ਦੱਸੇ ਹੈ, ਸੈਮੀਨਲ ਵੈਸੀਕਲ ਵਿਚ ਇਜ਼ ਪੇਅਰ ਆਫ ਹੈਗੇ ਹੈ, ਇਲੋਂਗੇਟਿਡ ਹੈ ਜੋ ਕਿ 60% ਸੀਮਨ ਬਣਾ ਰਹੇ हैं। ਉਸ ਤੋਂ ਬਾਅਦ ਪ੍ਰੋਸਟੇਟ ਗਲੈਂਡ ਹੈ, ਚੈਸਟਨਟ ਸ਼ੇਪ ਦਾ, 30% ਸੀਮਨ ਬਣਾਏਗਾ ਔਰ ਕੌਪਰ ਗਲੈਂਡ ਜਿਹਦਾ ਨਾਮ ਮੈਂ ਹੁਣੇ ਤੁਹਾਨੂੰ ਦੱਸਿਆ ਸੀ, ਇਟ ਇਜ਼ ਆਲਸੋ ਨੋਨ ਐਜ਼ ਬਲਬੋ ਯੂਰੀਥਰਲ ਗਲੈਂਡ। ਸੋ ਇਹ ਵੀ ਪੇਅਰ ਆਫ ਗਲੈਂਡ ਹੈ, ਪੈਨਿਸ ਦੇ ਬੇਸ ਤੇ ਹੈ ਜੋ ਕਿ ਮਿਊਕਸ ਸਿਕਰੀਟ ਕਰੇਗਾ ਡਿਊਰਿੰਗ ਦ ਕੋਪੂਲੇਸ਼ਨ, ਲੁਬਰੀਕੇਸ਼ਨ ਕਰੇਗਾ ਪੈਨਿਸ ਦੀ, ਜੋ ਕਿ ਕੋਪੂਲੇਸ਼ਨ ਟਾਈਮ ਤੇ ਹੈਲਪਫੁਲ ਹੋਏਗਾ। ਨੈਕਸਟ ਬੱਚੇ ਹੁਣ ਆਪਾਂ ਮੇਲ ਦਾ ਰਿਪਰੋਡਕਟਿਵ ਸਿਸਟਮ ਦਾ ਡਾਇਗਰਾਮ ਕਰ ਲਿਆ, ਸਾਰਿਆਂ ਦੇ ਮੈਂ ਤੁਹਾਨੂੰ ਪਾਰਟਸ ਐਕਸਪਲੇਨ ਕਰਤੇ। ਸੋ ਜਿਹੜਾ ਸਾਡਾ ਮੇਲ ਰਿਪਰੋਡਕਟਿਵ ਸਿਸਟਮ ਹੈ ਉਹ ਮੇਨ ਕੀ ਕੰਮ ਕਰਦਾ ਹੈ, ਸਭ ਤੋਂ ਮੋਸਟ ਇੰਪੋਰਟੈਂਟ ਜਿਹੜਾ ਕੰਮ ਹੈ ਉਹ ਹੈਗਾ ਸਪਰਮੈਟੋਜੈਨੇਸਿਸ,
ਬਿਕੋਜ਼ ਇੱਥੇ ਸਾਡਾ ਮੇਲ ਗੈਮੀਟ ਪ੍ਰੋਡਿਊਸ ਹੋਏਗਾ, ਦੈਟ ਇਜ਼ ਹੈਪਲੋਇਡ ਐਂਡ ਦੈਟ ਇਜ਼ ਨੋਨ ਐਜ਼ ਸਪਰਮ। ਸੋ ਦ ਫਾਰਮੇਸ਼ਨ ਆਫ ਸਪਰਮ ਜਿਹੜੀ ਹੋਏਗੀ ਫਰੋਮ ਸਪਰਮ ਮਦਰ ਸੈਲ, ਉਹਨੂੰ ਅਸੀਂ ਕਹਿੰਦੇ ਹਾਂ ਸਪਰਮੈਟੋਜੈਨੇਸਿਸ। ਸੈਕਿੰਡ, ਮੇਲ ਰਿਪਰੋਡਕਟਿਵ ਸਿਸਟਮ ਮੇਲ ਦਾ ਸੈਕਸ ਹਾਰਮੋਨ ਬਣਾਏਗਾ ਵਿਚ ਇਜ਼ ਨੋਨ ਐਜ਼ ਟੈਸਟੋਸਟੇਰੋਨ। ਸੋ ਜਿਹੜਾ ਸਪਰਮੈਟੋਜੈਨੇਸਿਸ ਹੋ ਰਹੀ ਹੈ ਜਾਂ ਜਿਹੜੇ ਸੈਕੰਡਰੀ ਸਾਡੇ ਕਰੈਕਟਰਸ ਕੰਮ ਕਰ ਰਹੇ ਨੇ, ਦੇ ਆਰ ਅੰਡਰ ਦ ਇਨਫਲੂਐਂਸ ਆਫ ਟੈਸਟੋਸਟੇਰੋਨ। ਉਸ ਤੋਂ ਬਾਅਦ ਤੀਸਰਾ ਮੇਲ ਰਿਪਰੋਡਕਟਿਵ ਸਿਸਟਮ ਦਾ ਮੇਲ ਕੰਮ ਹੈ ਟ੍ਰਾਂਸਫਰ ਆਫ ਦ ਸਪਰਮ ਇਨਟੂ ਦ ਫੀਮੇਲ ਬੋਡੀ, ਇਨਟੂ ਦ ਫੀਮੇਲ ਵੇਜਾਈਨਾ ਡਿਊਰਿੰਗ ਦ ਕੋਪੂਲੇਸ਼ਨ। ਸੋ ਇਹ ਤਿੰਨ ਜਿਹੜੇ ਕੰਮ ਨੇ ਦੇ ਆਰ ਪਰਫਾਰਮ ਬਾਈ ਮੇਲ ਰਿਪਰੋਡਕਟਿਵ ਸਿਸਟਮ। ਓਕੇ, ਨੈਕਸਟ। ਸੋ ਦਿਸ ਇਜ਼ ਵੈਰੀ ਇੰਪੋਰਟੈਂਟ ਬੱਚੇ, ਹਾਰਮੋਨਲ ਕੰਟਰੋਲ। ਇਹ ਜਿਹੜਾ ਸਾਰਾ ਪ੍ਰੋਸੈਸ ਹੈ, ਸਪਰਮੈਟੋਜੈਨੇਸਿਸ ਹੋ ਰਿਹਾ ਹੈ, ਸੈਕੰਡਰੀ ਔਰਗਨਸ ਆਪਣਾ ਕੰਮ ਕਰ ਰਹੇ ਨੇ, ਦੈਟ ਇਜ਼ ਅੰਡਰ ਇੱਕ ਹਾਰਮੋਨ ਹੈ ਸਾਡੀ ਬੋਡੀ ਦੇ ਵਿੱਚ ਜੋ ਇਸ ਨੂੰ ਕੰਟਰੋਲ ਕਰਨਗੇ। ਜਦੋਂ ਮੇਲ ਦੇ ਵਿੱਚ ਪਿਊਬਰਟੀ ਆਉਂਦੀ ਹੈ, 13 to 16 ਈਅਰਸ ਪਿਊਬਰਟੀ ਫੇਜ਼ ਹੁੰਦਾ ਹੈ, ਤਾਂ ਉਹਦੇ ਰਿਪਰੋਡਕਟਿਵ ਔਰਗਨਸ ਜਿਹੜੇ ਨੇ ਉਹ ਸਾਰੇ ਫੰਕਸ਼ਨ ਕਰਨਾ ਸ਼ੁਰੂ ਕਰ ਦਿੰਦੇ ਨੇ। ਸਭ ਤੋਂ ਪਹਿਲਾਂ ਜਿਹੜਾ ਸਾਡਾ ਮਾਸਟਰ ਗਲੈਂਡ ਹੈ, ਜਿਹਨੂੰ ਆਪਾਂ ਪਿਚਿਊਟਰੀ ਬੋਲਿਆ, ਆਪਾਂ ਨੂੰ ਪਤਾ ਹੈ ਜਿਹੜਾ ਹਾਈਪੋਥੈਲੇਮਸ ਹੁੰਦਾ ਹੈ, ਆਪਾਂ ਨੂੰ +1 ਦੇ ਵਿੱਚ ਪੜ੍ਹਿਆ ਸੀ, ਹਾਈਪੋਥੈਲੇਮਸ ਇੱਕ ਨਰਵਸ ਸਿਸਟਮ ਔਰ ਐਂਡੋਕਰਾਈਨ ਸਿਸਟਮ ਦੇ ਵਿੱਚ ਇੱਕ ਲਿੰਕ ਦਾ, ਇੱਕ ਕੜੀ ਦਾ ਕੰਮ ਕਰਦਾ ਹੈ। ਸੋ ਹਾਈਪੋਥੈਲੇਮਸ ਜੋ ਹੈ ਉਹ ਪਿਟਿਊਟਰੀ ਨੂੰ ਸਿਗਨਲ ਦਿੰਦਾ ਹੈ ਜਾਂ ਉਸ ਨੂੰ ਰੈਗੂਲੇਟ ਕਰਦਾ ਹੈ। ਤਾਂ ਪਿਟਿਊਟਰੀ ਜਿਹੜਾ ਗਲੈਂਡ ਹੈ ਇਹ ਦੋ ਤਰ੍ਹਾਂ ਦੇ ਹਾਰਮੋਨਸ ਪ੍ਰੋਡਿਊਸ ਕਰਦਾ ਹੈ। ਇੱਕ ਨੂੰ ਆਪਾਂ ਕਹਿੰਦੇ ਹਾਂ LH which is called luteinizing hormone, ਔਰ ਦੂਸਰੇ ਨੂੰ ਆਪਾਂ ਕਹਿੰਦੇ ਹਾਂ FSH which is follicular stimulating hormone। ਧਿਆਨ ਨਾਲ ਸਮਝੋ ਬੱਚੇ, ਬਹੁਤ ਇੰਟਰਸਟਿੰਗ ਹੈ। ਜਿਹੜਾ ਲਿਊਟੀਨਾਈਜ਼ਿੰਗ ਹਾਰਮੋਨ ਬਣਿਆ ਹੁਣ ਇਹ ਕੀ ਕਰੇਗਾ, ਇਟ ਵਿਲ ਐਕਟ ਔਨ ਲੇਡਿਕ ਸੈਲਸ। ਯੂ ਰਿਮੈਂਬਰ ਲੇਡਿਕ ਸੈਲਸ, ਇੰਟਰਸਟੀਸ਼ੀਅਲ ਸੈਲਸ, ਔਰ ਇਹ ਕਿਹਦੇ ਤੇ ਐਕਟ ਕਰੇਗਾ, ਲੇਡਿਕ ਸੈਲਸ ਤੇ, ਐਂਡ ਇਟ ਸਟਿਮੂਲੇਟਸ ਦਿਸ ਫਾਰਮੇਸ਼ਨ ਆਫ ਟੈਸਟੋਸਟੇਰੋਨ। ਲੇਡਿਕ ਸੈਲਸ ਨੂੰ ਸਟਿਮੂਲੇਟ ਕਰੇਗਾ। ਲੇਡਿਕ ਸੈਲਸ ਜਿਹੜੇ ਨੇ ਮੇਲ ਸੈਕਸ ਹਾਰਮੋਨ ਬਣਾਏਂਗੇ ਵਿਚ ਇਜ਼ ਟੈਸਟੋਸਟੇਰੋਨ, ਐਂਡ ਟੈਸਟੋਸਟੇਰੋਨ ਜਿਹੜਾ ਹੈ ਉਹ ਸਪਰਮੈਟੋਜੈਨੇਸਿਸ ਨੂੰ ਅੱਗੇ ਸਪਰਮੈਟੋਜੈਨੇਸਿਸ ਉਸਦੀ ਪ੍ਰੈਜ਼ੈਂਸ ਦੇ ਵਿੱਚ ਹੋਏਗਾ। ਔਰ ਜਿਹੜੇ ਸਾਡੇ ਗਰੋਥ, ਮੇਨਟੇਨੈਂਸ ਔਰ ਫੰਕਸ਼ਨਿੰਗ ਆਫ ਸੈਕੰਡਰੀ ਸੈਕਸ ਆਰਗਨ ਹੈ, ਦੇ ਆਰ ਆਲਸੋ ਅੰਡਰ ਦ ਕੰਟਰੋਲ ਆਫ ਟੈਸਟੋਸਟੇਰੋਨ। ਸੋ ਦਿਸ ਇਜ਼ ਲਿਊਟੀਨਾਈਜ਼ਿੰਗ ਹਾਰਮੋਨ। ਇਹਨੂੰ ਆਪਾਂ ਕੀ ਕਰਨਾ ਹੈ, ਲਿਊਟੀਨਾਈਜ਼ਿੰਗ ਹਾਰਮੋਨ। ਸਿਮਿਲਰਲੀ ਪਿਟਿਊਟਰੀ ਜਿਹੜਾ ਹੈ ਉਹ ਦੂਸਰਾ ਹਾਰਮੋਨ ਸਿਕਰੀਟ ਕਰਦਾ ਹੈ ਵਿਚ ਇਜ਼ ਕਾਲਡ FSH, ਦੈਟ ਇਜ਼ ਫੋਲੀਕੂਲਰ ਸਟਿਮੂਲੇਟਿੰਗ ਹਾਰਮੋਨ। ਫੋਲੀਕੂਲਰ ਸਟਿਮੂਲੇਟਿੰਗ ਹਾਰਮੋਨਸ ਕਿਹਦੇ ਤੇ ਐਕਟ ਕਰੇਗਾ, ਸਰਟੋਲੀ ਸੈਲਸ। ਸਰਟੋਲੀ ਸੈਲਸ ਕਿੱਥੇ ਸੀ, ਸੈਮੀਨੀਫੈਰਸ ਟਿਬਿਊਲਸ ਦੇ ਅੰਦਰ ਸੀਗੇ, ਵਿਚ ਇਜ਼ ਦੇ ਵਰ ਨੋਨ ਐਜ਼ ਨਰਸ ਸੈਲ। ਸੋ ਸਰਟੋਲੀ ਸੈਲਸ ਨੂੰ, ਸਰਟੋਲੀ ਸੈਲਸ ਕੀ ਕਰੇਗਾ, ਵੈਨ ਇਟ ਵਿਲ ਐਕਟ ਔਨ ਸਰਟੋਲੀ ਸੈਲ, ਇਟ ਸਟਿਮੂਲੇਟਸ ਦ ਸਿਕਰੀਸ਼ਨ ਆਫ ਸਮ ਫੈਕਟਰਸ, ਰਾਈਟ, and these factors they help in the process of spermiogenesis। ਇੱਥੇ ਮੈਂ ਸਪਰਮੈਟੋਜੈਨੇਸਿਸ ਨਹੀਂ ਬੋਲ ਰਹੀ, ਇੱਥੇ ਮੈਂ ਇੱਕ ਹੋਰ ਵਰਡ ਬੋਲ ਰਹੀ ਹਾਂ which is known as spermiogenesis। what is spermiogenesis? spermiogenesis ਆਪਾਂ ਅੱਗੇ ਜਾ ਕੇ ਤੁਹਾਨੂੰ ਐਕਸਪਲੇਨ ਕਰੂੰਗੀ। ਜਦੋਂ ਸਾਡਾ ਸਪਰਮ ਪਹਿਲਾਂ ਰਾਊਂਡ ਸ਼ੇਪ ਹੁੰਦਾ, ਜਦੋਂ ਪ੍ਰੋਪਰ ਸਪਰਮ ਦਾ ਹੈਡ ਔਰ ਟੇਲ ਬਣ ਜਾਂਦੀ ਹੈ, ਜਦੋਂ ਚੇਂਜ ਹੋ ਜਾਂਦਾ ਇਸ ਸ਼ੇਪ ਦੇ ਵਿੱਚ, ਤਾਂ ਇਸ ਪ੍ਰੋਸੈਸ ਨੂੰ ਅਸੀਂ ਸਪਰਮਿਓਜੈਨੇਸਿਸ ਬੋਲਦੇ ਹਾਂ। ਸੋ ਬੱਚੇ, ਇਹ ਸਾਡਾ ਟੌਪਿਕ ਸੀਗਾ ਹਾਰਮੋਨਲ ਕੰਟਰੋਲ, ਜਿਸ ਦੇ ਨਾਲ ਸਾਡਾ ਮੇਲ ਰਿਪਰੋਡਕਟਿਵ ਸਿਸਟਮ ਜਿਹੜਾ ਹੈਗਾ ਉਹ ਕੰਮ ਕਰਦਾ ਹੈ। ਸੋ ਆਈ ਹੋਪ ਬੱਚੇ, ਜੋ ਅੱਜ ਮੈਂ ਮੇਲ ਰਿਪਰੋਡਕਟਿਵ ਸਿਸਟਮ ਦੇ ਪਾਰਟਸ ਲਏ, ਸਾਰੇ ਸੈਕੰਡਰੀ ਸੈਕਚੁਅਲ ਕਰੈਕਟਰਸ ਤੁਹਾਨੂੰ ਅੱਜ ਮੈਂ ਦੱਸੇ, ਸੈਕੰਡਰੀ ਸੈਕਚੁਅਲ ਪਾਰਟਸ ਸਾਰੇ ਮੈਂ ਤੁਹਾਨੂੰ ਐਕਸਪਲੇਨ ਕੀਤੇ। ਅਸੈਸਰੀ ਗਲੈਂਡਸ ਨੇ, ਡਕਟਸ ਨੇ, ਜੋ ਕਿ ਟੈਸਟਿਸ ਨੂੰ ਫੰਕਸ਼ਨ ਕਰਨ ਦੇ ਵਿੱਚ ਹੈਲਪ ਕਰਦੀਆਂ ਨੇ। ਸੋ ਆਈ ਹੋਪ ਤੁਹਾਨੂੰ ਅੱਜ ਦਾ ਲੈਕਚਰ ਬਹੁਤ ਅੱਛੀ ਤਰ੍ਹਾਂ ਸਮਝ ਆਇਆ ਹੋਗਾ। ਡਾਇਗਰਾਮਸ ਤੁਸੀਂ ਇਹਨੂੰ ਡਰਾਅ ਕਰਨੇ ਹਨ ਔਰ ਉਸਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਕੋਈ ਡਾਊਟਸ ਹੈ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ। ਥੈਂਕ ਯੂ ਸੋ ਮਚ ਬੱਚੇ।